सब तो पहला ਤੁਹਾਨੂੰ ਸਾਰਿਆਂ ਭਾਵੇਂ ਅਧਿਆਪਕਾਂ ਨੂੰ ਅੱਜ ਦੇ ਟੀਚਰ ਦਿਵਸ ਦੀਆਂ ਲੱਖ ਲੱਖ ਵਧਾਈਆਂ ਤੇ ਆਸ ਕਰਦੇ ਹਾਂ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਦਰਸ਼ ਅਧਿਆਪਕ ਬਣੋਗੇ ਔਰ ਪੂਰੀ ਤਨਦੇਹੀ ਦੇ ਨਾਲ ਸਮਾਜ, ਰਾਜ ਤੇ ਦੇਸ਼ ਦੀ ਸੇਵਾ ਕਰੋਗੇ। ਇਸੇ ਆਸ ਦੇ ਨਾਲ ਕਿ ਆਪਣੇ ਸਮਾਜ ਨੂੰ, ਰਾਜ ਨੂੰ ਤੇ ਦੇਸ਼ ਨੂੰ ਚੰਗੇ ਨਾਗਰਿਕ ਪ੍ਰਦਾਨ ਕਰਨ, ਚੰਗੇ ਦਰਸ਼ਨ ਸ਼ਾਸਤਰੀ, ਚੰਗੇ ਵਿਗਿਆਨਕ, ਚੰਗੇ ਖਿਡਾਰੀ, ਚੰਗੇ ਨੇਤਾ ਪ੍ਰਦਾਨ ਕਰਨ ਦੇ ਵਿੱਚ ਤੁਸੀਂ ਆਪਣੀ ਅਹਿਮ ਭੂਮਿਕਾ ਪੂਰੀ ਇਮਾਨਦਾਰੀ, ਤਨਦੇਹੀ ਨਾਲ ਨਿਭਾਓਗੇ। ਇਸ ਅਧਿਆਪਕ ਦਿਵਸ ਤੇ ਮੈਂ ਤੁਹਾਡੇ ਸਾਰੇ ਭਾਵੇਂ ਅਧਿਆਪਕਾਂ ਦੇ ਲਈ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਤੁਹਾਨੂੰ ਜੀਵਨ ਦੇ ਵਿੱਚ ਸਫਲਤਾ ਦੀਆਂ ਸਿਖਰਾਂ ਤੱਕ ਪਹੁੰਚਾਵੇ। ਸੋ ਬੱਚਿਓ, ਅੱਜ ਦੇ ਇਸ ਅਧਿਆਪਕ ਦਿਵਸ ਦੀਆਂ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ। ਸੋ ਅੱਜ ਦਾ ਆਪਣਾ ਵਿਸ਼ਾ ਹੈ ਪ੍ਰਿੰਸੀਪਲਸ ਆਫ ਗਾਈਡੈਂਸ। ਸੋ ਪ੍ਰਿੰਸੀਪਲ ਆਫ ਗਾਈਡੈਂਸ ਦੇ ਵਿੱਚ ਜਦੋਂ ਆਪਾਂ ਗੱਲ ਕਰਾਂਗੇ ਤਾਂ ਆਪਾਂ ਇਹ ਦੇਖਾਂਗੇ ਕਿ ਉਹ ਕਿਹੜੇ ਕਿਹੜੇ ਪ੍ਰਿੰਸੀਪਲਸ ਹਨ ਜਿਨ੍ਹਾਂ ਦੇ ਆਧਾਰ ਤੇ ਗਾਈਡੈਂਸ ਜਿਹੜੀ ਅਸੀਂ ਸਟੂਡੈਂਟਸ ਨੂੰ ਸਕੂਲ ਵਿੱਚ ਪ੍ਰੈਜ਼ੈਂਟ ਕਰ ਸਕਦੇ ਹਾਂ। ਸੋ ਕ੍ਰੋ ਐਂਡ ਕ੍ਰੋ ਨੇ ਬਹੁਤ ਸਾਰੇ ਪ੍ਰਿੰਸੀਪਲ ਗਾਈਡੈਂਸ ਦਿੱਤੇ ਨੇ। ਅੱਜ ਆਪਾਂ ਜਿਹੜੇ ਪ੍ਰਿੰਸੀਪਲ ਗਾਈਡੈਂਸ ਡਿਸਕਸ ਕਰਨ ਜਾ ਰਹੇ ਹਾਂ, ਇਹ ਪ੍ਰਿੰਸੀਪਲਸ ਆਫ ਗਾਈਡੈਂਸ ਦੀ ਜਿਹੜੀ ਲਿਸਟ ਹੈ, ਇਹ ਲਿਸਟ ਕ੍ਰੋ ਐਂਡ ਕ੍ਰੋ ਨੇ ਦਿੱਤੀ ਹੈ। ਸੋ ਕ੍ਰੋ ਐਂਡ ਕ੍ਰੋ ਹੈਜ਼ given a comprehensive list of the basic principles of guidance. Now we will discuss these principles one by one. So first principle is principle of all-round development of the individual. So ਬੱਚਿਓ, ਇਸ ਸਿਧਾਂਤ ਦੇ ਵਿੱਚ ਜਦੋਂ ਆਪਾਂ ਧਿਆਨ ਨਾਲ ਦੇਖਦੇ ਹਾਂ ਤਾਂ ਵਰਡਸ ਨੂੰ ਧਿਆਨ ਨਾਲ ਦੇਖੋ। ਪ੍ਰਿੰਸੀਪਲ ਆਫ ਆਲ ਰਾਊਂਡ ਡਿਵੈਲਪਮੈਂਟ ਆਫ ਦਾ ਇੰਡੀਵਿਜੂਅਲ। ਸੋ ਗਾਈਡੈਂਸ ਦੇ ਪਹਿਲਾ ਜੋ ਪ੍ਰਿੰਸੀਪਲ ਹੈ ਉਹ ਇਹ ਹੈ ਕਿ ਇੰਡੀਵਿਜੂਅਲ ਦੀ ਲਾਈਫ ਦੇ ਈਚ ਐਂਡ ਐਵਰੀ ਆਸਪੈਕਟ, ਬੱਚੇ ਦੀ ਪਰਸਨੈਲਿਟੀ ਦਾ ਈਚ ਆਸਪੈਕਟ, ਐਵਰੀ ਆਸਪੈਕਟ ਜਿਹੜਾ ਹੈ ਉਹ ਉਹਦੇ ਟੋਟਲ ਜੋ ਬਿਹੇਵੀਅਰ ਪੈਟਰਨ ਹੈ, ਐਟੀਟਿਊਡਸ ਹੈ, ਉਹਦੇ ਵਿੱਚ ਸਿਗਨੀਫਿਕੈਂਟ ਫੈਕਟਰ ਬਣਦਾ ਹੈ। ਇਸ ਕਰਕੇ ਜਿਹੜੀ ਗਾਈਡੈਂਸ ਸਰਵਿਸ ਹੈ, ਇਹਦੇ ਨਾਲ ਅਸੀਂ ਜੋ ਡਿਜ਼ਾਇਰੇਬਲ ਐਡਜਸਟਮੈਂਟਸ ਲੈ ਕੇ ਆਉਣੀਆਂ ਨੇ ਬੱਚੇ ਦੇ ਪਰਸਨੈਲਿਟੀ ਦੇ ਵਿੱਚ, ਸੋ ਉਸ ਦੇ ਲਈ ਜ਼ਰੂਰੀ ਹੈ ਕਿ ਵਿਅਕਤੀ ਦਾ ਆਲ ਅਰਾਊਂਡ ਵਿਕਾਸ ਹੋਇਆ ਹੋਵੇ, ਭਾਵ ਸਰਵਪੱਖੀ ਵਿਕਾਸ ਹੋਇਆ ਹੋਵੇ। ਸੋ ਆਲ ਰਾਊਂਡ ਡਿਵੈਲਪਮੈਂਟ of the individual is the basic principle of guidance. So whenever we are going to give guidance to anyone, ਤਾਂ ਉੱਥੇ ਅਸੀਂ ਇਹ ਧਿਆਨ ਰੱਖਣਾ ਹੈ ਕਿ ਮਨੁੱਖੀ ਸ਼ਖਸੀਅਤ ਦੇ ਸਾਰੇ ਪੱਖ ਜਿਹੜੇ ਨੇ ਉਹ ਅਸੀਂ ਕਵਰ ਕਰਨੇ ਨੇ। ਜੋ ਵੀ ਅਸੀਂ ਗਾਈਡੈਂਸ ਪ੍ਰੋਵਾਈਡ ਕਰਨੀ ਹੈ ਉਸ 'ਚ ਸਾਰੇ ਹੀ ਜਿਹੜੇ ਆਸਪੈਕਟਸ ਨੇ ਉਹ ਕਵਰ ਹੁੰਦੇ ਹੋਣ। ਸੋ ਗਾਈਡੈਂਸ ਦੇਣ ਲੱਗਿਆ ਅਸੀਂ ਆਪਣੇ ਪ੍ਰੋਗਰਾਮ ਨੂੰ ਇਸ ਤਰੀਕੇ ਨਾਲ ਡਿਜ਼ਾਈਨ ਕਰਨਾ ਹੈ ਤਾਂ ਜੋ ਮਨੁੱਖ ਦਾ ਸਰਵਪੱਖੀ ਵਿਕਾਸ ਹੋ ਸਕੇ। ਦੂਸਰੀ ਗੱਲ, ਜਦੋਂ ਅਸੀਂ ਗਾਈਡੈਂਸ ਪ੍ਰੋਵਾਈਡ ਕਰਨੀ ਹੈ ਤਾਂ ਇੰਡੀਵਿਜੂਅਲ ਡਿਫਰੈਂਸਿਸ, ਸੈਕੰਡ ਇਜ਼ ਪ੍ਰਿੰਸੀਪਲ ਆਫ ਇੰਡੀਵਿਜੂਅਲ ਡਿਫਰੈਂਸਿਸ। ਸੋ ਅਸੀਂ ਜਦੋਂ ਗਾਈਡੈਂਸ ਪ੍ਰੋਵਾਈਡ ਕਰਨੀ ਹੈ ਤਾਂ ਮਨੁੱਖ ਦੇ ਜਿਹੜੇ ਵਿਅਕਤੀਗਤ ਅੰਤਰ ਨੇ ਉਹਨਾਂ ਨੂੰ ਵੀ ਧਿਆਨ 'ਚ ਰੱਖਣਾ ਹੈ।
ਤੇ ਬੱਚਿਓ ਹਮੇਸ਼ਾ ਆਪਣੇ ਹੱਥਾਂ ਵੱਲ ਦੇਖਿਓ। परमात्मा ने साडे हथ दियां 5 ਉਂਗਲਾਂ ਵੱਖਰੀਆਂ ਵੱਖਰੀਆਂ ਬਣਾਈਆਂ, जो ये संकेत करता है कि मनुख तेरे हथ दियां 5 ਉਂਗਲਾਂ ਵੱਖਰੀਆਂ ਹਨ और हरेक ਉਂਗਲ ਦਾ, अंगूठे ਦਾ, चीची ਦਾ, हरेक ਉਂਗਲ ਦਾ अपना ਵੱਖਰਾ ਵੱਖਰਾ ਕਾਰਜ है, भूमिका है। इसे ढंग नाल तुहाडी जमात दे विच बैठे होए 40 ਦੇ 40 विद्यार्थी ਤੁਹਾਡੇ ਕੋਲ गाइडेंस लैन लई आए हुए सारे बच्चे, हरेक दा जो है व्यक्तिगत अंतर है उसकी समर्था दे विच, उसके इंटैलीजेंट लैवल दे विच, उसके एटीट्यूड, उसके इंटरस्ट, भाव हर व्यक्ति एक दूजे तो वखरा है। जो गाइडेंस प्रोवाइड करनी है तो असी इंडिविजुअल डिफरेंसिस नूं भी ध्यान च रखना है। तीसरी गल जी गाइडेंस है उसका प्रिंसिपल ऑफ ट्रू फंक्शंस, उन्हें फंक्शन की ने। द फंक्शन ऑफ गाइडेंस टू हेल्प अ पर्सन, वो किहड़े 2 फंक्शंस ने? नंबर 1 फार्मूलेट एंड एक्सेप्ट वर्थवाइल एंड अटेनेबल गोल्स ऑफ बिहेवियर। मैं बेटा रिपीट कर रहा, formulate and accept worthwhile and attainable goals of behavior. Second, apply these objectives in the conduct of his affairs. ਜਦੋਂ ਵੀ ਤੁਸੀਂ ਮਨੁੱਖੀ ਵਿਹਾਰ ਦੇ goals ਬਣਾਉਣੇ ਨੇ, ਉਦੇਸ਼ ਬਣਾਉਣੇ ਨੇ, ਉਹੀ ਉਦੇਸ਼ ਬਣਾਉਣੇ ਨੇ ਜਿਹੜੇ ਕਿ ਉਹਦੇ ਬਿਹੇਵੀਅਰ ਵਿੱਚ ਸਵੀਕਾਰ ਹੋਣ, ਔਰ ਜਿਹੜੇ ਗਾਈਡੈਂਸ ਦੇ ਆਬਜੈਕਟਿਵਸ ਅਸੀਂ ਬਣਾ ਰਹੇ ਹਾਂ, ਜੋ ਗੋਲਸ ਅਸੀਂ ਬਣਾ ਰਹੇ ਹਾਂ, ਉਹ ਗੋਲਸ ਮਨੁੱਖ ਦੇ ਸੁਭਾਅ ਦੇ ਵਿੱਚ ਆ ਸਕਣ। ਸੋ ਇਹ ਟਰੂ ਫੰਕਸ਼ਨ ਹੈ। ਸਹੀ ਜਿਹੜੀ ਗਾਈਡੈਂਸ ਹੈ ਉਹ ਉਦੇਸ਼ ਉਹ ਬਣਾਉਣੇ ਨੇ ਜਿਨ੍ਹਾਂ ਨੂੰ ਸਰ ਕੀਤਾ ਜਾ ਸਕੇ, जिन्होंने प्राप्त किया जा सके, ते ओ प्राप्त जिहड़े उद्देश ने जो असीं बनाए उन्हां नूं अचीव किया जा सकता होवे, मनुखी विहार च लिआंदा जा सकता होवे। ठीक है जी। तो ये बच्चे आपां 3 प्रिंसिपल्स डिस्कस कर ले। प्रिंसिपल ऑफ ऑलराउंड डेवलपमेंट ऑफ द इंडिविजुअल, प्रिंसिपल ऑफ इंडिविजुअल डिफरेंसेस, प्रिंसिपल ऑफ ट्रू फंक्शंस। Now the next principle we are going to discuss is principle of sir जी बेटा sir third one दोबारा सुना yes दो, third वाला ही true functions। okay okay principle of true functions। so the guidance ਦਾ ਜਿਹੜਾ true function ਹੈ ਉਹ ਕੀ ਹੈ ਕਿ ਜਿਹੜਾ ਇੰਡੀਵਿਜੂਅਲ ਹੈ ਉਸ ਦੇ ਲਈ ਜੋ ਵੀ ਅਸੀਂ गोल्स फॉर्मुलेट कर रहे हैं, भाव उद्देश्य बना रहे हैं, वो एक्सेप्टयोग होन, एक्सेप्टेबल होन ते प्राप्त किए जा सकते हैं। भाव आप ऐसे उद्देश्य या ऐसे टीचे जिहड़े ने वो नहीं मिथने किसी व्यक्ति लई जिहड़े कि प्राप्त योग ना हो सकन। इस करके जो भी असी विद्यार्थियों को गाइडेंस प्रोवाइड करनी है, गाइडेंस का पहला फंक्शन ये है कि वो उद्देश्य, वो टीचे, वो गोल, वो ऑब्जेक्टिव्स मिथने जिहड़े कि प्राप्त किए जा सकन। ते जिहड़े असी ऑब्जेक्टिव मिथ ले उन्हां नूं असी हुण मनुख दे विहार विच लैके आना है। भाव जो ऑब्जेक्टिव मिथे उन्होंने अपलाई करना है हुण असीं इस इंडिविजुअल दे विच, तां दे कंडक्ट दे विच, उहदे बिहेवियर दे विच वो ऑब्जेक्टिव प्राप्त करन दा बल वो आ जाए ते वो बच्चा अपने ऑब्जेक्टिव नूं अचीव कर सके। सो इस करके सिर्फ आपां सुपना नहीं विखाना, जो असीं दिखा रहे हाँ, जो असीं दस रहे हाँ,
ਉਹਨੇ ਪ੍ਰਾਪਤ ਕਿਵੇਂ ਹੋਣਾ ਹੈ, ਉਹਨੂੰ ਪ੍ਰਾਪਤ ਕਰਨ ਦਾ ਰਸਤਾ ਕਿਵੇਂ ਹੈ ਤੇ ਉਹਨੂੰ ਜੀਵਨ 'ਚ ਕਿਵੇਂ ਲੈ ਕੇ ਆਉਣਾ ਹੈ। ਇਹ ਤਿੰਨੇ ਚੀਜ਼ਾਂ ਜਿਹੜੀਆਂ ਨੇ ਉਹ ਇਹਦੇ ਵਿੱਚ ਆਉਣਗੀਆਂ। ਠੀਕ ਹੈ ਬੇਟੇ, ਸਪਸ਼ਟ ਹੈ ਬੱਚੋ? थैंक यू। ਹਾਂਜੀ ਠੀਕ ਹੈ ਬੇਟਾ। ਸੋ ਹੁਣ ਆਪਾਂ ਨੈਕਸਟ ਕਰ ਰਹੇ, ਦੈਟ ਇਜ਼ ਪ੍ਰਿੰਸੀਪਲ ਆਫ ਕੋਆਪਰੇਸ਼ਨ, यानी कोऑपरेशन। ठीक है जी, मतलब प्रिंसिपल ऑफ कोऑपरेशन की गल करांगे तो कोऑपरेशन आपां नूं कित्थे मिलनी है। ठीक है, सो हुण ध्यान नाल समझो, जो साडा एग्जिस्टिंग सोशल, इकोनॉमिक एंड पॉलिटिकल सिनेरियो है, सिस्टम है, उसके बहुत सारे मल एडजस्टमेंट के फैक्टर्स हैं। हम मल एडजस्टमेंट है उसनूं असीं दूर भी करना है। दैन असीं बच्चों नूं गाइडेंस प्रोवाइड करनी है ताकि वो प्रिंसिपल ऑफ कोऑपरेशन नूं सहयोग जिहड़ा है उसनूं अपना सकन। हुण कोऑपरेशन की बेटे, ਜਿਹੜਾ ਸਾਡਾ स्टूडेंट है इंडिविजुअल ਸਾਡੇ ਕੋਲ गाइडेंस लैन आया, उसके कोल सम प्रॉब्लम्स, he is in problem or he or she has problems। जो प्रॉब्लम्स ने वो प्रॉब्लम नूं सॉल्व किद्दां करना है बिटवीन एक्सपीरियंस्ड एंड ट्रेन्ड गाइडेंस एक्सपर्ट। जो एक्सपीरियंस एंड ट्रेन्ड गाइडेंस एक्सपर्ट है वो इंडिविजुअल ਦੀਆਂ ਜਿਹੜੀਆਂ प्रॉब्लम्स ने ਉਹਨੂੰ हल ਕਰਨ ਦੇ ਲਈ आपस ਵਿੱਚ कोऑपरेशन ਕਰਨਗੇ, आपस सहयोग ਕਰਨਗੇ। सो गाइडेंस as नीयब है क्लाइंट ने ते गाइडेंस प्रोवाइडर अफसर कह लो, अथॉरिटी कह लो, काउंसलर कह लीए, जो भी एक्सपर्ट गाइडेंस दे रहा है उन्होंने विचकार आपसी सहयोग जिहड़ा है वो होना बहुत जरूरी है। ये जिहड़ा है ये प्रिंसिपल ऑफ कोऑपरेशन है। नेक्स्ट इज प्रिंसिपल ऑफ कंटिन्यूटी। सो गाइडेंस इज अ कंटिन्यूअस प्रोसेस। ठीक है, ये गाइडेंस सर्विस है ये लगातार निरंतर चलण वाली प्रक्रिया है, क्योंकि मनुख नूं हर अवस्था दे विच गाइडेंस की लोड़ है। एट एवरी स्टेज ऑफ लाइफ इंडिविजुअल नीड्स गाइडेंस, चाहे वो बच्चा है, चाहे वो यंग है, चाहे वो अधेड़ अवस्था च है, मिडल एज है या ओल्ड एज है। एवरी स्टेज मनुख नूं जो है वो गाइडेंस की लोड़ पैंदी है। सो गाइडेंस इज अ कंटिन्यूअस प्रोसेस। सो बेटा नाउ वी हैव डिस्कस्ड 5 principles: principle of all-round development of the individual, principle of individual differences, principle of true functions, principle of cooperation, and principle of continuity. So now we are going to discuss next principle. Okay? So principle of cooperation and principle of continuity we have already discussed. Next is principle of extension. So whenever we provide guidance, guidance service should not be limited to a few persons only who give observable evidence of its need. It should be extended to all persons of all ages who can benefit from it directly or indirectly. मेरे बच्चे इत्थे कहने का भाव यह है जी गाइडेंस सर्विस है सिर्फ असी उन्होंने लोगों लिए नहीं रखनी जिन्होंने अपनी कोई प्रॉब्लम्स, इश्यूज, लोड़ साडे नाल सांझी की, सगों इसनूं उद तक वधाउणा है कि समाज का हरेक नागरिक, हरेक उम्र का, हरेक वर्ग का व्यक्ति जो है वो प्रत्यक्ष या अप्रत्यक्ष रूप में गाइडेंस सर्विस तो लाभ प्रोवाइड कर सके, बेनिफिट ले सके। ठीक है,
सो ये जी सर्विस है, it should provide the benefit to the society, to each and every person of the society. So this is the principle of extension. Extension का विस्तार करना, principle of elaboration. ठीक है, ਜਿਹੜਾ करिकुलम मटीरियल है, the teaching procedures ने, these curriculum material and teaching procedures should be elaborated according to the viewpoint of guidance. जो भी सारे गाइडेंस ਦੇ व्यू पॉइंट ने, जो सोसाइटी ਦੇ ਨੀਡਸ ਨੇ, ਜੋ ਪਰਸਨਸ ਦੀਆਂ ਪ੍ਰੋਬਲਮਸ ਨੇ, ਉਹਨਾਂ ਦੇ ਅਕੋਰਡਿੰਗ ਅਸੀਂ ਆਪਣੇ ਗਾਈਡੈਂਸ ਪ੍ਰੋਗਰਾਮ ਨੂੰ, ਆਪਣੇ ਗਾਈਡੈਂਸ ਦੀ ਸਟੱਡੀ ਮਟੀਰੀਅਲ ਨੂੰ, ਉਹਨੂੰ ਇਲੈਬੋਰੇਟ ਕਰਦੇ ਰਹਿਣਾ ਹੈ। ਠੀਕ ਹੈ ਜੀ। ਸੋ ਨੈਕਸਟ ਇਜ਼ ਪ੍ਰਿੰਸੀਪਲ ਆਫ ਐਡਜਸਟਮੈਂਟ। ਹੁਣ ਗਾਈਡੈਂਸ ਦਾ ਇਹ ਵੀ ਸਿਧਾਂਤ ਹੈ ਕਿ ਇਹ ਮਨੁੱਖ ਨੂੰ ਤਾਲਮੇਲ ਸਿਖਾਉਂਦਾ ਹੈ। ਠੀਕ ਹੈ, ਭਾਵੇਂ ਗਾਈਡੈਂਸ ਪ੍ਰੋਗਰਾਮ ਮਨੁੱਖ ਦੇ ਜੀਵਨ ਦੇ ਹਰੇਕ ਪਹਿਲੂ ਨੂੰ ਟੱਚ ਕਰਦਾ ਹੈ, ਛੂੰਹਦਾ ਹੈ, ਪ੍ਰਭਾਵਿਤ ਕਰਦਾ ਹੈ। ਠੀਕ ਹੈ, ਔਰ ਨਾਲ ਦੀ ਨਾਲ ਇਹ ਮਨੁੱਖ ਦੇ ਫਿਜ਼ੀਕਲ ਮੈਂਟਲ ਹੈਲਥ ਜਿਹੜੀ ਹੈ ਉਹਦੇ ਨਾਲ ਵੀ ਸੰਬੰਧ ਰੱਖਦਾ ਹੈ। ਕਿਉਂਕਿ ਮਨੁੱਖ ਨੇ ਘਰ ਵਿੱਚ, ਸਕੂਲ, ਸਮਾਜ ਜਾਂ ਜਿੱਥੇ ਉਹ ਕੰਮ ਕਰਦਾ ਹੈ, ਕਾਰਜ ਖੇਤਰ ਹੈ, ਹਰ ਜਗ੍ਹਾ ਤੇ ਉਸਨੇ ਵਿਚਰਨਾ ਹੈ। ਹੁਣ ਉਹਨਾਂ ਸਾਰੇ ਸਥਾਨਾਂ ਤੇ, ਘਰ ਦੇ ਵਿੱਚ, ਸਕੂਲ ਦੇ ਵਿੱਚ, ਸਮਾਜ ਜਾਂ ਕਾਰੋਬਾਰੀ ਸਥਾਨ, ਉੱਥੇ ਉਹਨੇ ਆਪਣੇ ਆਪ ਨੂੰ ਐਡਜਸਟ ਵੀ ਕਰਨਾ ਹੈ, ਉੱਥੋਂ ਦੇ ਮਾਹੌਲ ਦੇ ਵਿੱਚ ਢਾਲਣਾ ਹੈ, ਉੱਥੋਂ ਦਾ ਜੋ ਸਿਸਟਮ ਹੈ, ਕਲਚਰ ਹੈ, ਉਸ ਦੇ ਵਿੱਚ ਉਹਨੇ ਆਪਣੀ ਮੈਂਟਲ ਹੈਲਥ ਨੂੰ ਤੰਦਰੁਸਤ ਕਿਵੇਂ ਰੱਖਣਾ ਹੈ, ਹੈਲਦੀ ਕਿਵੇਂ ਰੱਖਣਾ ਹੈ, ਫਿਜ਼ੀਕਲੀ ਕਿਵੇਂ ਫਿਟ ਰਹਿਣਾ ਹੈ। ਸੋ ਗਾਈਡੈਂਸ ਪ੍ਰੋਗਰਾਮ ਦੇ ਵਿੱਚ ਅਸੀਂ ਬੱਚੇ ਨੂੰ, ਮਨੁੱਖ ਨੂੰ ਐਡਜਸਟਮੈਂਟ ਜਿਹੜੀ ਹੈ ਉਹ ਵੀ ਜ਼ਰੂਰ ਦੱਸਣੀ ਹੈ। ਇਸ ਕਰਕੇ ਗਾਈਡੈਂਸ ਦਾ ਜਿਹੜਾ ਤਾਲਮੇਲ ਦਾ ਸਿਧਾਂਤ ਹੈ, ਉਹ ਮਨੁੱਖੀ ਸਰੀਰਕ ਤੇ ਮਾਨਸਿਕ ਦੋਨਾਂ ਹੀ ਸਿਹਤ ਦੇ ਨਾਲ ਆਪਸੇ ਤਾਲੁਕ ਹੋਣਾ ਹੈ, ਤਾਂ ਜੋ ਘਰ ਦੇ ਵਿੱਚ ਵੀ, ਘਰ ਦੇ ਪਰਿਵਾਰ ਦੇ ਜੀਆਂ ਨਾਲ ਕਿਵੇਂ ਤਾਲੁਕ ਆ ਜੇ, ਸਕੂਲ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ, ਅਧਿਆਪਕਾਂ ਦੇ ਨਾਲ ਜਾਂ ਹੋਰ ਕਰਮਚਾਰੀ ਦੇ ਨਾਲ ਕਿਵੇਂ ਤਾਲਮੇਲ ਸਥਾਪਿਤ ਕਰ ਸਕਦਾ ਹੈ, ਸਮਾਜ 'ਚ ਕਿਵੇਂ ਵਿਚਰਨਾ ਹੈ, ਸਮਾਜ 'ਚ ਕਿਵੇਂ ਐਡਜਸਟਮੈਂਟ ਕਰਨੀ ਹੈ, ਸਮਾਜ 'ਚ ਕਿਵੇਂ ਆਪਣੀ ਗੱਲ ਕਹਿਣੀ ਹੈ, ਕਾਰੋਬਾਰ ਸਥਾਨ ਤੇ ਕਿਵੇਂ ਅਸੀਂ ਇਸ ਕਾਰੋਬਾਰੀ ਸੱਭਿਆਚਾਰ ਨੂੰ ਸਮਝਣਾ ਹੈ, ਉਹਦੇ 'ਚ ਆਪਣੇ ਆਪ ਨੂੰ ਐਡਜਸਟ ਕਰਨਾ ਹੈ। ਉਸ ਦੇ ਲਈ ਅਸੀਂ ਗਾਈਡੈਂਸ ਜਿਹੜੀ ਸਰਵਿਸ ਹੈ ਉਹ ਪ੍ਰੋਵਾਈਡ ਕਰਦੇ ਹਾਂ, ਤਾਂ ਜੋ ਮਨੁੱਖ ਮੈਂਟਲੀ ਤੇ ਫਿਜ਼ੀਕਲੀ ਫਿਟ ਰਹਿ ਸਕੇ। ਅਗਲੀ ਗੱਲ ਹੈ ਬੱਚੇ, ਪ੍ਰਿੰਸੀਪਲ ਆਫ ਇਵੈਲੂਏਸ਼ਨ। ਹੁਣ ਪ੍ਰਿੰਸੀਪਲ ਆਫ ਇਵੈਲੂਏਸ਼ਨ ਦਾ ਭਾਵ ਕੀ ਹੋਇਆ? ਜਦੋਂ ਅਸੀਂ ਬੱਚੇ ਨੂੰ, ਮਨੁੱਖ ਨੂੰ ਗਾਈਡੈਂਸ ਪ੍ਰੋਵਾਈਡ ਕਰ ਰਹੇ ਹਾਂ, ਉਹ ਗਾਈਡੈਂਸ ਪ੍ਰੋਗਰਾਮ ਜਿਹੜਾ ਹੈ ਉਹ ਕਿੰਨਾ ਕੁ ਸਫਲ ਹੋ ਰਿਹਾ ਹੈ, ਉਹ ਆਪਣੇ ਟੀਚੇ ਪ੍ਰਾਪਤ ਕਰ ਰਿਹਾ ਹੈ, ਆਪਣੇ ਉਦੇਸ਼ ਪ੍ਰਾਪਤ ਕਰ ਰਿਹਾ ਹੈ, ਉਸ ਦਾ ਆਊਟਕਮ ਕੀ ਆ ਰਿਹਾ ਹੈ, ਉਸ ਦਾ ਮੁਲਾਂਕਣ ਕਰਨਾ ਲਾਜ਼ਮੀ, ਉਹਦੀ ਇਵੈਲੂਏਸ਼ਨ ਜ਼ਰੂਰੀ ਹੈ। ਹੁਣ ਇਹਦਾ ਇਵੈਲੂਏਸ਼ਨ ਕਿਵੇਂ ਕਰਾਂਗੇ? ਫॉर दिस पर्पस ਸਾਨੂੰ ਆਪਣੇ ਕਲਾਇੰਟ, ਸਾਡਾ ਕਲਾਇੰਟ ਕੌਣ ਹੈ? ਸਾਡਾ ਸਟੂਡੈਂਟ ਹੈ ਜਾਂ ਉਹ ਪਰਸਨ ਜੋ ਸਾਡੇ ਕੋਲ ਗਾਈਡੈਂਸ ਲੈਣ ਆਇਆ ਹੈ, ਆਪਣੇ ਕਲਾਇੰਟ ਦੀਆਂ ਅਚੀਵਮੈਂਟਸ, ਪ੍ਰੋਗਰੈਸ, ਉਹਦਾ ਇੱਕ ਪੂਰਾ ਕਿਊਮੂਲੇਟਿਵ ਰਿਕਾਰਡ, ਸਕੂਲ ਮੈਨੇਜਮੈਂਟ ਪੜ੍ਹਿਆ ਸੀ ਕਿਊਮੂਲੇਟਿਵ ਰਿਕਾਰਡ ਜਾਂ ਸੰਚਿਤ, ਠੀਕ ਹੈ, ਰਿਕਾਰਡ। ਜਿਹੜਾ ਕਿਊਮੂਲੇਟਿਵ ਰਿਕਾਰਡ ਹੈ, ਜਿਸ 'ਚ ਉਹਦੀ ਪ੍ਰੋਗਰੈਸ, ਉਹਦੀ ਅਚੀਵਮੈਂਟਸ तो सारियां ही ਉਹਦੇ ਦਰਜ ਕਰਨੀਆਂ ਹਨ, ਔਰ ਉਸ ਦੇ ਆਧਾਰ ਤੇ ਹੀ ਅਸੀਂ ਦੇਖਦੇ ਹਾਂ ਕਿ ਸਾਡਾ ਗਾਈਡੈਂਸ ਪ੍ਰੋਗਰਾਮ ਕਿੰਨਾ ਕੁ ਸਫਲ ਹੈ। ਸਪੋਜ਼ ਕਰੋ ਅਸੀਂ ਕਿਸੇ ਬੱਚਿਆਂ ਨੂੰ ਗਾਈਡੈਂਸ ਪ੍ਰੋਵਾਈਡ ਕੀਤੀ, ਸਾਡੀ ਗਾਈਡੈਂਸ ਪ੍ਰੋਵਾਈਡ ਕਰਨ ਤੋਂ ਬਾਅਦ ਉਹ ਬੱਚੇ ਨੇ ਸਾਡੇ ਦੱਸੇ ਹੋਏ ਫੀਲਡ ਦੇ ਵਿੱਚ ਕਿੰਨਾ ਕੁ ਅੱਗੇ ਗਿਆ, ਕਿੰਨੀ ਦੀ ਪ੍ਰੋਗਰੈਸ ਹੋਈ, ਕਿੰਨੀਆਂ ਉਹਦੀਆਂ ਅਚੀਵਮੈਂਟਸ ਹੋਈਆਂ, ਇਸ ਟਾਈਮ ਉਹਦਾ ਸੋਸ਼ਲ ਸਟੇਟਸ ਕੀ ਹੈ, ਇਕਨੋਮਿਕ ਸਟੇਟਸ ਕੀ ਹੈ, ਹੈਲਥ ਸਟੇਟਸ ਕੀ ਹੈ,
वो सारा कुछ रिकॉर्ड करना है। अगर वो सारा कुछ एप्रोप्रिएट है, इट मीनस साडा जो गाइडेंस प्रोग्राम से दैट इज सक्सैसफुल, ਅਸੀਂ ਆਪਣੇ एम अचीव हो गए। ਜੇ ਸਾਨੂੰ लगता कि नहीं, किते ना किते जो एक्सपैक्टेड आउटकम से ਅਸੀਂ ਉਹ ਹਾਸਲ नहीं कर पा रहे, इट मीन सानू अपने गाइडेंस प्रोग्राम ਦੇ ਵਿੱਚ कुछ चेंजेस लेने ਪੈਣਗੀਆਂ। प्रोग्राम के शेड्यूल, प्रोग्राम की एक्टिविटीज जो है उन्होंने चेंज करना पड़ेगा। सो whenever we are going to take evaluation, then we will able to modify our guidance program। और जो गाइडेंस प्रोग्राम है ये किंदे बेस पे है, नीड ऑफ द इंडिविजुअल एंड कम्युनिटी। तो जे साडी इंडिविजुअल नीड पूरी हो रही है, कम्युनिटी नीड पूरी हुई है, साडा इवैल्यूएशन प्रोग्राम यानी गाइडेंस प्रोग्राम जो है वो सफल है। ठीक है, तो एक कितों पता लगेगा, तो इवैल्यूएशन मूल्यांकन कर रहा है। तो हरेक गाइडेंस प्रोग्राम की इवैल्यूएशन जी है वो जरूर करनी चाहिए। दैन प्रिंसिपल ऑफ रिस्पॉन्सिबिलिटी। सो बच्चे ये ध्यान रखियो, रिस्पॉन्सिबिलिटी वर्ड है जिम्मेवारी। पेरेंट्स and teacher have create responsibility in the work of guidance। guidance provide ਕਰਨ ਦੇ ਵਿੱਚ पेरेंट्स ਦੀ ਤੇ teachers ਦੀ ਬਹੁਤ ਜ਼ਿਆਦਾ ਜ਼ਿੰਮੇਵਾਰੀ ਹੈ। The responsibility of the administration of guidance program should be centered in a qualified, adequately trained गाइडेंस अफसर। जो गाइडेंस प्रोग्राम प्रोवाइड करना बच्चे वो पूरा ट्रेन बच्चा फॉर टीचर या गाइडेंस वर्कर या गाइडेंस सेंटर च काम करने वाले जो गाइडेंस प्रोवाइड कर रहे काउंसलर्स ने वो पूर्ण तौर पर ट्रेनड हो, उन्होंने गाइडेंस के सारी टेक्निक्स भी पता हो, किवें गाइडेंस प्रोग्राम करना है, किवें बच्चों को गाइड करना है, उन्हें सारी चीज़ चंगी तरह नॉलेज हो जो सही गाइडेंस प्रोवाइड कर सकन। क्योंकि कई बार असी सहज सुभाए किसी बच्चे को गाइडेंस प्रोवाइड कर देने तो वो उस रस्ते तुर पैंदा है ते अगे जाके उन्होंने जीवन च काफ़ी समस्या आउंदियां ने। क्योंकि जिस रस्ते असीं तोरिया उस रस्ते तुरन दे या जो योग्यतावां जो समर्थावां उनके च होनी चाहिए सीगियां, यानी एबिलिटी एंड कैपेसिटी वो बच्चे च नहीं सी। असी उस रस्ते तोरता, किते ना किते जाके वो बच्चा लड़खड़ाऊगा, वो दूजियां नालों पिछे रह जाऊगा, जिन्ना अंदर उस कैपेसिटी वो एबिलिटी सी वो उस दौड़ च अगे लंघ जाएंगे। इस करके बहुत बड़ी रिस्पॉन्सिबिलिटी है एज अ पेरेंट, एज अ टीचर, एज अ गाइडेंस वर्कर कि असी बच्चे दे एटीट्यूड, इंटरस्ट, एप्टीट्यूड दे अकॉर्डिंग ही उसनों सही गाइडेंस प्रोवाइड करिए, सही कोर्स, सही किता चुनने दे विच सहायता प्रदान करिए। अगली गल प्रिंसिपल ऑफ एक्सपर्ट ओपीनियन। और प्रिंसिपल ऑफ एक्सपर्ट ओपीनियन कई बार आप साडे कोल ऐसा केस आता है कि उहदे लई सानू किसी एक्सपर्ट की लोड़ पैंदी है जिस बंदे ने उस तरह के बहुत सारे केसेस नाल डील किया होवे। सो व्हेनेवर वी फील दिस असी किसी ना किसी एक्सपर्ट के नाल कंसल्ट करके उनकी ओपीनियन लैके दैन वी शुड प्रोवाइड द गाइडेंस टू आवर क्लाइंट। ठीक है, तो ध्यान रखना है कि जिस पर्सन उस मास्टरी है, उस पर्टिकुलर फील्ड मास्टरी है, उन्होंने दो जी ओपीनियन वो लैनिया ने, जो तुहाडे कोल गाइडेंस लैन आया क्लाइंट उन्होंने भी उस एक्सपर्ट की ओपीनियन जी है वो जरूर दवानी है जो वो व्यक्ति सही ढंग के नाल आप दी जी गाइडेंस प्रोग्राम है उसका लाभ लै सके, वो अपना टारगेट अपना जो भी एम है उन्होंने अचीव कर सके। तो लास्ट प्रिंसिपल जो दिता है इन्होंने क्रो एंड क्रो ने, दैट इज प्रिंसिपल ऑफ पीरियोडिक अप्रेजल।
ठीक है। सो पीरियोडिक अप्रेजल should be made of the existing school guidance program. The success of its function should rest on the outcome that are reflected in the whole guidance program. So periodic appraisal ਦਾ ਭਾਵ ਜਿਹੜਾ ਸਾਡਾ ਸਕੂਲ ਗਾਈਡੈਂਸ ਪ੍ਰੋਗਰਾਮ ਹੈ ਉਸ ਦਾ ਅਸੀਂ ਪੀਰੀਓਡਿਕਲੀ ਅਪਰੇਜ਼ਲ ਜਿਹੜੀ ਹੈ ਉਹ ਕਰਨੀ ਹੈ ਤਾਂ ਸਾਨੂੰ ਪਤਾ ਲੱਗ ਜੇ ਕਿ ਸਾਡੇ ਜਿਹੜਾ ਗਾਈਡੈਂਸ ਪ੍ਰੋਗਰਾਮ ਹੈ ਉਸ ਦਾ ਸਕਸੈਸ ਕੀ ਹੈ, ਉਹਦੇ ਆਊਟਕਮਸ ਕੀ ਨੇ ਔਰ ਉਹਦੇ ਵਿੱਚ ਹੋਰ ਸਾਨੂੰ ਕੀ ਕਰਨ ਦੀ ਲੋੜ ਹੈ। ਸੋ ਇਹ ਸੀ ਆਪਣੇ ਪ੍ਰਿੰਸੀਪਲਸ ਆਫ guidance program given by Crow and Crow. Okay students, so ਇਹ ਆਪਣਾ ਜਿਹੜਾ ਅੱਜ ਦੀ ਕਲਾਸ ਜੋ ਪ੍ਰਿੰਸੀਪਲ ਆਫ ਗਾਈਡੈਂਸ ਡਿਸਕਸ ਕਰਨੇ ਸੀਗੇ, we have already discussed principle of guidance given by Crow and Crow. so ਹੁਣ ਤੁਹਾਡੇ ਚੋਂ ਕਿਸੇ ਬੱਚੇ ਨੂੰ ਅਗਰ ਇਸ ਪ੍ਰੋਗਰਾਮ ਦੇ ਵਿੱਚ जो प्रिंसिपल ऑफ गाइडेंस ने उन्होंने कोई समझ नहीं आई, he or she can ask me any question. Sir, hello. Sir, ਜਿਹੜੇ ਤੁਸੀਂ ਪਾਰਟਸ ਲਿਖਵਾਏ ਸੀਗੇ ਉਹ ਟੋਟਲੀ ਡਿਫਰੈਂਟ ਟੋਟਲੀ ਨਹੀਂ, ਥੋੜੇ ਬਹੁਤੇ ਫਰਕ ਨਾਲ ਬਾਜੀ ਉਹ Headings the difference है ਉਹ ਸੀ ਜਨਰਲ ਪ੍ਰਿੰਸੀਪਲਸ ਆਫ ਟੀਚਿੰਗ ਸੋਰੀ ਗਾਈਡੈਂਸ। ਅੱਜ ਆਪਾਂ Crow and Crow ਨੇ ਜੋ ਦਿੱਤੇ ਨੇ ਉਹਦੇ ਬੇਸ ਤੇ ਆਪਾਂ ਗੱਲ ਕੀਤੀ ਹੈ। ਤੁਸੀਂ ਐ ਕਰੋ ਉਹ ਵੀ ਬੋਲੋ, ਆਪਾਂ ਉਹ ਵੀ ਨਾਲ ਨਾਲ ਡਿਸਕਸ ਕਰ ਲੈਣੇ।